20th September 2015 ਨੂੰ my brother got murdered and from the day one we are saying that ਆਹ ਕੁੜੀ ਜਿਹੜੀ ਹੈਗੀ ਹੈ ਕਲਿਆਣੀ and her entire family is involved in the murder 15 ਜੂਨ 2022 ਨੂੰ ਕਲਿਆਣੀ got arrested by the CBI ਅੰਨੇ ਸੀਰੀਅਸ ਚਾਰजेस ਹੋਣ 302 ਦਾ ਮਾਮਲਾ ਹੋਵੇ 120B ਕ੍ਰਿਮੀਨਲ ਕਨਸਪੀਰੇਸੀ ਦਾ ਮਾਮਲਾ ਹੋਵੇ she was granted bail बेटे 7 सालों तो यही ट्राई कर रहे हैं भी सानू इंसाफ मिलना चाहिए बहुत औखे हुए हैं बहुत औखे टाइम च लंघे हैं जे आप किसी जज दे किसी भी फैमिली मैंबर दूर के रिश्तेदार ईवन उन्होंने किसी कोई कुत्ते बिल्ले का भी मर्डर होया हुंदा उन्होंने ना दुनिया ऐ चक के दूजे पासे ला देनी सी ते मेरा बच्चा कोई बच्चा नहीं सीगा उहदी जान नहीं सीगी ਇਹਨਾਂ ਨੇ ਕੁਝ ਵੀ ਨਹੀਂ ਕੀਤਾ ਸਾਨੂੰ ਆਈਜੀ ਸਾਹਿਬ ਖੁਦ ਆ ਕੇ ਗਏ ਹੈ ਕਹਿੰਦੇ ਮੇਰੇ ਜੁਡੀਸ਼ਰੀ ਨੇ ਹੱਥ ਬੰਨ੍ਹ ਰੱਖੇ ਸਿੱਪੀ ਨੇ ਜੇ ਕੋਈ ਸਿੱਪੀ ਦੇ ਮਨ 'ਚ ਹੁੰਦਾ ਸਿੱਪੀ ਹੋਰ ਕਿਸੇ ਨੂੰ ਦਿਖਾਉਂਦਾ ਸਿੱਪੀ ਨੇ ਉਹਦੇ ਸਾਵੇਂ ਪਿਓ ਨੂੰ ਦਿਖਾਈਆਂ ਫੋਟੋਆਂ ਕਿ ਅੰਕਲ ਹਾਊ ਕੈਨ ਆਈ ਮੈਰੀ ਦਿਸ ਗਰਲ ਸ਼ੀ ਇਜ਼ ਇਨਵੋਲਵਡ ਵਿਦ ਅਦਰ ਗਾਈਜ਼ ਐਂਡ ਆਹ ਭੁਲੇਖੇ 'ਚ ਨਾ ਰਹਿਣ ਆਹ ਐਂਡ ਵੀ ਵਿਲ ਸੀ ਟੂ ਇਟ ਕਿ ਵੀ ਵਿਲ ਗੈਟ ਜਸਟਿਸ ਐਂਡ ਜਿਹੜੇ ਵੀ ਬੰਦੇ ਇਹਨਾਂ ਨਾਲ ਇਹਨਾਂ ਦੀ ਹੈਲਪ ਕਰਨਗੇ ਐਂਡ ਅਸੀਂ ਕਿਸੇ ਬੰਦੇ ਨੂੰ ਨਹੀਂ ਛੱਡਣਾ ਨੈਸ਼ਨਲ ਲੈਵਲ ਸ਼ੂਟਰ ਤੇ ਲਾਇਰ ਸਿੱਪੀ ਸਿੱਧੂ ਦੇ ਮਰਡਰ ਮਾਮਲੇ ਦੇ ਵਿੱਚ ਨਵੀਂ ਡਿਵੈਲਪਮੈਂਟ ਜਿਹੜੀ ਹੈ ਉਹ ਹੋਈ ਹੈ ਤੇ ਇਸ ਮਾਮਲੇ ਦੇ ਵਿੱਚ CBI ਹੁਣ ਸੁਪਰੀਮ ਕੋਰਟ ਵੱਲ ਨੂੰ मूव ਕੀਤੀ ਹੈ फिलहाल काफ़ी पुराना केस है और जब सिप्पी सिद्धू जो कि बहुत अच्छे एक नैशनल लैवल के शूटर सी और लॉयर सी उन्होंने मर्डर कर दिता गया सी चंडीगढ़ सैक्टर 27 के पार्क के विच ते परिवार वालों काफ़ी ज़्यादा देर इस संबंधी लड़ाई लड़ी गई क्योंकि जी इस केस दे विच जिहड़ी मुख दोषी सीगी वो फिलहाल जिहड़े चीफ जस्टिस ने जिहड़े हिमाचल हाई कोर्ट के उन्हां दी जिहड़ी बेटी कल्याणी है इस मामले दे विच काफ़ी सारी डेवलपमेंट्स ओवर द ईयर्स होईयां ने हुण परिवार मेरे नाल है जो कि हाले भी कुछ गल्लां बातां मीडिया के सामने लेके आया है और हुण क्योंकि सुप्रीम कोर्ट CBI भी गई है तो इस संबंधी केस दे परतां दे विच की कुछ बदलाव आए ने उस बारे गल करनी मेरे नाल सिप्पी सिद्धू दे भरा जिप्पी सिद्धू ते उन्हां दी माता जी ने उन्हां नाल गल करदे आ सिप्पी जी क्योंकि बहुत कई साल हो चुके ने और फैमिली दी अखां दे विच ते अज भी वो सीन जिहड़ा तुसीं नहीं भुल सकदे और ओवर द ईयर्स जो जुडिशरी सिस्टम ਦੇ ਵਿੱਚ ਜਿੰਨੀ ਵੀ ਕਿਉਂਕਿ ਹਰ ਕੇਸ ਦੇ ਨਾਲ ਇੱਕ ਨਵੀਂ ਉਮੀਦ ਤੁਹਾਨੂੰ ਹੁੰਦੀ ਹੈ ਲੇਕਿਨ ਉਹ ਉਮੀਦਾਂ ਵੀ ਅੱਖਾਂ ਦੇ ਸਾਹਮਣੇ ਟੁੱਟਦੀਆਂ ਨਜ਼ਰ ਆਉਂਦੀਆਂ ਜਦ ਜੁਡੀਸ਼ਰੀ ਇੰਨੀ ਫ੍ਰੀਲੀ ਬਿਹੇਵ ਨਹੀਂ ਕਰਦੀ ਜਿੰਨਾ ਕਰਨਾ ਚਾਹੀਦਾ ਹੈ ਸੋ ਫਿਲਹਾਲ ਮਾਮਲੇ 'ਚ ਡਿਵੈਲਪਮੈਂਟ ਕੀ ਹੈਗਾ ਔਰ ਤੁਹਾਡਾ ਹੁਣ ਕੀ ਸਟੇਟਸ ਹੈ ਇਸ ਕੇਸ ਦੇ ਵਿੱਚ ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਥੈਂਕ ਯੂ ਸੋ ਮੱਚ ਔਨ 에ਅਰ ਚੈਨਲ ਦਾ ਕਿ ਤੁਸੀਂ ਪਹੁੰਚੇ ਸਾਡੇ ਕੋਲੇ ਹਾਂਜੀ ਮੈਂ ਤੁਹਾਨੂੰ ਬਰੀਫਲੀ ਕੇਸ ਦੇ ਬਾਰੇ ਦੱਸੂਗਾ ਜੀ 20th September 2015 ਨੂੰ my brother got murdered and from the day one we are saying that ਆਹ ਕੁੜੀ ਜਿਹੜੀ ਹੈਗੀ ਹੈ ਕਲਿਆਣੀ and her entire family is involved in the murder ਹੁਣ ਜਿਹੜੀ ਜੀ ਲੇਟੈਸਟ ਡਿਵੈਲਪਮੈਂਟ ਆ ਹੋਈ ਹੈ ਕਿ ਲਾਸਟ ਈਅਰ 15 ਜੂਨ 2022 ਨੂੰ ਕਲਿਆਣੀ got arrested by the CBI ਆ 3 ਮਹੀਨੇ ਅੰਦਰ ਲਾ ਕੇ ਆਉਂਦੀ ਹੈ ਬਟ ਤੁਸੀਂ ਮੰਨੋਗੇ ਨਹੀਂ ਕਿ within 3 months ਅੰਨੇ ਸੀਰੀਅਸ ਚਾਰजेस ਹੋਣ 302 ਦਾ ਮਾਮਲਾ ਹੋਵੇ 120B ਕ੍ਰਿਮੀਨਲ ਕਨਸਪੀਰੇਸੀ ਦਾ ਮਾਮਲਾ ਹੋਵੇ ਸ਼ੀ ਵਾਸ ਗ੍ਰਾਂਟਡ ਬੇਲ ਬਾਈ ਦਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਉਹ ਹੁਣ ਜਿਹੜੀ ਲੇਟੈਸਟ ਡਿਵੈਲਪਮੈਂਟ ਆ ਹੋਈ ਹੈ ਕਿ CBI ਹੈਜ਼ ਮੂਵਡ ਦਾ ਅਪਰੋਚ ਦਾ ਸੁਪਰੀਮ ਕੋਰਟ ਫॉर द ਕੈਂਸਲੇਸ਼ਨ ਆਫ ਬੇਲ ਦਿਸ ਇਜ਼ ਦ ਥਿੰਗ ਹਾਂਜੀ 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 ਤੇ ਹੁਣ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਲਗਾਤਾਰ ਇਸ ਮਾਮਲੇ ਦੇ ਵਿੱਚ ਜਿਹੜੇ ਹਾਈ ਕੋਰਟ ਦੇ ਜੱਜਿਸ ਹੈ ਜਾਂ ਵਾਰ-ਵਾਰ ਇਸ ਤਰ੍ਹਾਂ ਦੀ ਇਨਫਲੂਐਂਸ ਪਾ ਕੇ ਕੇਸ ਦੀ ਸੁਣਵਾਈ ਕਰਨ ਤੋਂ ਕੁਝ ਜੱਜ ਬਚ ਰਹੇ ਨੇ ਉਸ ਦੇ ਬਾਰੇ ਵੀ ਤੁਸੀਂ ਮੀਡੀਆ ਦੇ ਵਿੱਚ ਦੱਸ ਹੀ ਰਹੇ ਹੋ ਫਿਲਹਾਲ ਮਾਮਲੇ ਦੇ ਵਿੱਚ ਜੋ ਵੀ ਹੁਣ ਕੇਸ ਸੁਣਨ ਨੂੰ ਰੈਡੀ ਹੋਏ ਹੈ ਤੇ ਉਸ ਦੇ ਬਾਰੇ ਫੈਮਿਲੀ ਦਾ ਕੀ ਕਹਿਣਾ ਦੇਖੋ ਜੀ ਸਾਡੀ ਵੀ ਜੁਡੀਸ਼ੀਅਲ ਫੈਮਿਲੀ ਹੈ ਸਾਰੇ ਇੱਕ ਬਰਾਬਰ ਨਹੀਂ ਹੁੰਦੇ ਜੱਜਿਸ ਲੋਕ ਚੰਗੇ ਵੀ ਬਹੁਤ ਪਏ ਹੈ ਐਂਡ ਸਾਨੂੰ ਜੁਡੀਸ਼ੀਅਲ ਸਿਸਟਮ 'ਤੇ ਪੂਰਾ ਹੈਗਾ ਭਰੋਸਾ ਹੈਗਾ ਦਿਸ ਇਜ਼ ਦ ਥਿੰਗ ਬਟ ਜਿਹੜੀਆਂ 2-3 ਸਾਡੇ ਨਾਲ ਇੰਸੀਡੈਂਟਸ ਹੋਏ ਹੈ ਉਹ ਆ ਹੋਏ ਹੈ ਦੇਖੋ ਜੀ ਵੀ ਆਰ ਲਿਵਿੰਗ ਇਨ ਇੰਡੀਆ ਵੀ ਨੋ ਦਿਸ ਕਿ ਪ੍ਰੈਸ਼ਰ ਤਾਂ ਹੁੰਦਾ ਹੀ ਹੈ ਜੀ ਹੁਣ ਟਰਾਇਲ ਕੋਰਟ ਥੱਲੇ ਚੱਲ ਰਿਹਾ ਕੇਸ ਚੱਲ ਰਿਹਾ ਹੈ ਐਂਡ ਚੀਫ ਜਸਟਿਸ ਆਫ ਅ ਹਾਈ ਕੋਰਟ ਇਜ਼ ਨਾਟ ਅ ਸਮਾਲ ਥਿੰਗ ਇਟਸ ਅ ਬਿਗ ਥਿੰਗ ਐਂਡ ਪ੍ਰੈਸ਼ਰ ਤਾਂ ਸਾਰਿਆਂ 'ਤੇ ਹੁੰਦਾ ਹੀ ਹੈ ਐਂਡ ਇੱਥੇ ਸੀਗੇ ਜਸਟਿਸ ਚਿਤਕਾਰਾ ਸੀਗੇ ਉਹਨਾਂ ਰਿਫਰੇਨ ਕਰ ਗਏ ਸੀਗੇ ਸੁਣਨ ਨੂੰ ਐਂਡ ਜਿਹੜੇ ਹੁਣ ਸੁਪਰੀਮ ਕੋਰਟ ਦੇ ਵੀ ਜੱਜ ਹੈ ਉਹਨਾਂ ਨੇ ਵੀ ਆ ਜਿਹੜੀ ਹੁਣ ਪਰਸੋਂ ਹੀਅਰਿੰਗ ਹੋਈ ਹੈ ਹੀ ਹੈਜ਼ ਆਸਕਡ ਕਿ ਵੈਦਰ ਵੀ both of us complainants have any objection
with whether they should pursue the case or not. ਸੋ ਹੁੰਦਾ ਤਾਂ ਹੈਗਾ ਹੀ ਹੈ ਜੀ, ਉਹਨਾਂ ਦਾ ਵੀ ਪ੍ਰੈਸ਼ਰ ਹੈਗਾ, ਬਟ ਸਾਨੂੰ ਉਮੀਦ ਹੈਗੀ ਹੈ ਕਿ ਸਾਨੂੰ ਇਨਸਾਫ ਮਿਲੂਗਾ। ਹਾਂਜੀ ਠੀਕ ਹੈ ਆਂਟੀ, ਪੂਰੇ ਮਾਮਲੇ ਦੇ ਵਿੱਚ ਤੁਸੀਂ ਵੀ ਕਾਫੀ ਉਮਰ ਹੋ ਚੱਲੀ ਹੈ ਤੁਹਾਡੀ ਵੀ, ਲਗਾਤਾਰ ਤੁਸੀਂ ਵੀ ਜਾ ਰਹੇ ਹੋ, ਪ੍ਰੋਸੀਡਿੰਗਸ ਚੱਲ ਰਹੀਆਂ ਕੇਸ ਦੇ ਵਿੱਚ, ਫੈਮਿਲੀ ਲਈ ਕਿੰਨਾ ਇਹ ਟਾਇਰਿੰਗ ਹੈਗਾ ਔਰ ਕਿੱਦਾਂ ਮਤਲਬ ਲੱਗ ਰਿਹਾ ਇਨਸਾਫ ਦੇ ਨੇੜੇ ਜਾ ਰਹੇ ਹੋ? ਬੇਟੇ 7 ਸਾਲਾਂ ਤੋਂ ਇਹੀ ਟਰਾਈ ਕਰ ਰਹੇ ਹਾਂ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ। ਬਹੁਤ ਔਖੇ ਹੋਏ ਆ, ਬਹੁਤ ਔਖੇ ਟਾਈਮ 'ਚ ਲੰਘੇ ਆ। ਇਹਦੇ ਪਾਪਾ ਹੈ ਨਹੀਂ ਸੀਗੇ। ਉਸ ਤੋਂ ਬਾਅਦ ਸਿੱਪੀ ਤੋਂ ਬਾਅਦ ਮੈਂ ਤੇ ਜਿੱਪੀ ਦੋਨੋਂ ਸੀ, ਫਿਰ ਜਿੱਪੀ ਦੀ ਮੈਰਿਜ ਕੀਤੀ ਆ। ਉਹ ਨਾਲ ਦੇ ਨਾਲ ਕੇਸ ਨੂੰ ਫੋਲੋ ਕੀਤਾ ਔਰ ਸਾਨੂੰ ਪਤਾ ਵੀ ਕਿੰਨੀ ਸਾਨੂੰ ਮੁਸੀਬਤ ਪਈ ਆ। ਪਹਿਲਾਂ ਤਾਂ ਕੋਈ ਨਾ ਪੁਲਿਸ ਵਾਲਾ ਹੱਥ ਪਾਉਣਾ ਚਾਹੁੰਦਾ ਸੀਗਾ, ਨਾ ਕੋਈ CBI ਵਾਲੇ। ਜੇ CBI ਕੋਲੇ ਕੇਸ ਇਹ ਨਾ ਗਿਆ ਹੁੰਦਾ, ਅਸੀਂ ਕੋਰਟ ਦੇ ਥਰੂ ਮੰਗਣਾ, ਕਦੇ ਵੀ ਸਬੀਨਾ ਨੇ ਇਹ ਜਾਣ ਨਹੀਂ ਸੀ ਦੇਣਾ, ਕਿਉਂਕਿ ਜੱਜ ਇੱਕ ਦੂਜੇ ਦੀ ਹੈਲਪ ਤਾਂ ਕਰਦੇ ਹੀ ਆ, ਨੈਚੁਰਲੀ ਕੋਲੀਗ ਆ ਉਹਨਾਂ ਦੀ। ਮੈਨੂੰ ਤਾਂ ਹੁਣ ਪਤਾ ਸਾਰਾ, ਮੈਨੂੰ ਹੀ ਪਤਾ ਮੈਂ ਕਿੰਨਾ ਮੁਸੀਬਤਾਂ ਦੇ ਵਿੱਚੋਂ ਲੰਘ ਰਹੀ ਹਾਂ। ਜੇ ਆਪ ਕਿਸੇ ਜੱਜ ਦੇ, ਕਿਸੇ ਵੀ ਫੈਮਿਲੀ ਮੈਂਬਰ, ਦੂਰ ਦੇ ਰਿਸ਼ਤੇਦਾਰ, ਈਵਨ ਉਹਨਾਂ ਦੇ ਕਿਸੇ ਕੋਈ ਕੁੱਤੇ ਬਿੱਲੇ ਦਾ ਵੀ ਮਰਡਰ ਹੋਇਆ ਹੁੰਦਾ, ਉਹਨਾਂ ਨੇ ਨਾ ਦੁਨੀਆ ਐ ਚੱਕ ਕੇ ਦੂਜੇ ਪਾਸੇ ਲਾ ਦੇਣੀ ਸੀ। ਤੇ ਮੇਰਾ ਬੱਚਾ ਕੋਈ ਬੱਚਾ ਨਹੀਂ ਸੀਗਾ, ਉਹਦੀ ਜਾਨ ਨਹੀਂ ਸੀਗੀ। ਬਹੁਤ ਔਖਾ ਟਾਈਮ। ਤੇ ਹੁਣ ਜਿਵੇਂ ਜਿਵੇਂ ਹੁਣ, ਕਿਉਂਕਿ CBI ਨੂੰ ਵੀ ਕਿਹਾ ਗਿਆ ਵੀ ਤੁਹਾਡੇ ਇਨਫਲੂਐਂਸ ਦੀ ਹੇਠ ਹੈ, ਲੇਕਿਨ CBI ਖੁਦ ਹੀ ਮੂਵ ਕਰ ਗਈ ਇਸ ਕੇਸ 'ਚ। ਨਹੀਂ, CBI ਨੇ ਤਾਂ ਉਹਨਾਂ ਦੇ ਦੇਖਣਾ, ਜਾਂ ਕੋਈ ਦੂਜਾ ਬੰਦਾ ਹੋਵੇ। ਕੋਈ ਇੱਕ, ਮੈਨੂੰ ਪਤਾ ਜਦੋਂ ਛੋਟੇ ਹੁੰਦੇ ਤੋਂ ਲੈ ਕੇ ਹੁਣ ਤੱਕ ਕਿਸੇ ਨਾਲ ਲੜਾਈ ਨਹੀਂ ਹੋਈ, ਕੋਈ ਦੁਸ਼ਮਣੀ ਨਹੀਂ। ਅਸੀਂ ਪਟਿਆਲੇ ਤੱਕ, ਦਿੱਲੀ ਤੱਕ, ਕਿਤੋਂ ਤੱਕ ਜਾਂਦੇ, ਕਦੇ ਵੀ ਸਿੱਪੀ ਆਪਣੇ ਕੋਲੇ ਵੈਪਨ ਨਹੀਂ ਸੀ ਰੱਖਦਾ, ਕਦੇ ਵੀ। ਜੇ ਕੋਈ ਖਤਰਾ ਹੁੰਦਾ, ਕਿਸੇ ਨਾਲ ਲੜਾਈ ਹੁੰਦੀ ਤਾਂ ਸੀ, ਇਹ ਨਹੀਂ ਪਤਾ ਸੀ ਉਹ ਸਾਡੇ ਘਰ ਵਿੱਚ ਹੀ ਸਾਡੀ ਦੁਸ਼ਮਣ ਬੈਠੀ ਹੈ। 30 ਸਾਲ ਪਹਿਲਾਂ ਦੇ ਇਹਦੇ ਪਾਪਾ ਦੇ ਫਰੈਂਡ ਸੀਗੇ। ਉਸ ਤੋਂ ਬਾਅਦ ਉਹਨਾਂ ਦੀ ਡੈਥ ਵੇਲੇ ਵੀ ਡੈੱਡ ਬੋਡੀ ਲੈ ਕੇ ਇਹਦਾ ਡੈਡੀ ਆਇਆ। ਇਹ ਡੈਥ ਦੇ ਟਾਈਮ 'ਤੇ ਉਹ ਨਾਲ ਸੀਗਾ। ਮੈਂ ਤਾਂ ਉਹਨਾਂ ਕੋਲ ਹੀ ਪਹੁੰਚਣਾ ਸੀ ਵੀ ਸਿੱਪੀ ਦੇ ਪਾਪਾ ਦੇ ਫਰੈਂਡ ਹੈਗੇ ਆ, ਅਤੇ ਮੈਂ ਉਹਨਾਂ ਦੇ ਨਾਲ ਕਿਉਂ ਦੁਸ਼ਮਣੀ ਪਾਉਣੀ ਆ ਬਿਨਾਂ ਗੱਲ ਤੋਂ? ਜੇ ਕੋਈ ਰੀਜ਼ਨ ਆ ਤਾਂ ਹੀ ਆ, ਮੈਨੂੰ ਸਾਰਾ ਪਤਾ। ਵਿਆਹ ਪਿੱਛੇ ਸਬੀਨਾ ਆਈ ਹੈ, ਸਬੀਨਾ ਦੇ ਮਾਂ ਪਿਓ ਆਏ ਆ, 10 ਵਾਰੀ ਕਿਹਾ। ਕੁੜੀ ਦੇ ਦੇਖ ਲਓ ਤੁਸੀਂ, ਸਭ ਨੂੰ ਪਤਾ ਸੀ, ਅੱਧੇ ਚੰਡੀਗੜ੍ਹ ਨੂੰ ਪਤਾ, ਸਾਰੇ ਸਾਡੇ ਰਿਸ਼ਤੇਦਾਰਾਂ ਨੂੰ ਪਤਾ ਵੀ ਕੀ ਗੱਲ ਸੀ ਕੀ ਨਾ। ਉਹ ਤਾਂ ਅਖੀਰਲੇ ਸਾਲ ਵਿੱਚ ਸਿੱਪੀ ਨੂੰ ਪਤਾ ਲੱਗ ਗਿਆ ਵੀ ਕੁੜੀ ਦੇ ਕਰੈਕਟਰ ਦੇ ਬਾਰੇ। ਫਿਰ ਉਹਨੇ ਉਹਦੇ ਡੈਡੀ ਨੂੰ ਕਿਹਾ ਵੀ ਆਹ ਲੜਕੀ ਇਸ ਟਾਈਪ ਦੀ ਹੈ ਜੀ, ਤੁਹਾਡੀ ਬੇਟੀ, ਮੈਂ ਨਹੀਂ ਵਿਆਹ ਕਰਾ ਸਕਦਾ। ਬਸ ਉਹਨੂੰ, ਜਿਹਨੂੰ ਕਹਿੰਦੇ ਆ, ਚੜ੍ਹ ਗਈ, ਦੇਸੀ ਬੋਲੀ 'ਚ ਹੈ ਨਾ, ਉਹਦੀ ਈਗੋ ਹਰਟ ਹੋ ਗਈ। ਉਹਦੀ ਮੰਮੀ ਨਾਲ ਆ, ਉਹਦਾ ਡੈਡੀ ਨਾਲ ਆ, ਸਾਰੇ ਉਹਨਾਂ ਦੇ ਮੇਰੇ ਕੋਲ ਆਏ ਆ, ਇਸੇ ਕਮਰੇ ਦੇ ਵਿੱਚ ਬੈਠੇ ਆ। ਉਹਦੀ ਮੰਮੀ ਬੋਲਦੀ ਹੈ, ਮੇਰੀ ਬੇਟੀ ਨੇ ਤਾਂ ਕहीं ਸ਼ਾਦੀ ਕਰਾਣੀ ਨਹੀਂ ਹੈ। ਠੀਕ ਹੈ ਜਿਪੀ ਜੀ, ਇਸ ਮਾਮਲੇ ਦੇ ਵਿੱਚ ਜੋ ਹੁਣ ਤੱਕ ਚਲਾਨ ਪੇਸ਼ ਹੋਇਆ ਹੈ ਔਰ ਕੁਝ ਜਿਹੜੀ ਇੰਟਰਨਲ ਸਾਈਟਿੰਗਸ ਜਿੰਨੀ ਕਿ ਤੁਸੀਂ ਦੱਸ ਸਕਦੇ ਹੋ ਮਾਮਲੇ ਦੀਆਂ, ਉਹ ਮੈਂ ਚਾਹਨੀ ਇੱਕ ਵਾਰੀ ਤੁਸੀਂ ਆਡੀਅנס। ਬਿਲਕੁਲ ਜੀ, ਮੈਂ ਤੁਹਾਨੂੰ ਕ੍ਰੋਨੋਲੋਜੀਕਲ ਵਾਈਜ਼ ਤੁਹਾਨੂੰ ਮੈਂ ਥੋੜ੍ਹਾ ਜਿਹਾ ਬਰੀਫਲੀ, ਜ਼ਿਆਦਾ ਟਾਈਮ ਨਹੀਂ ਲਊਂਗਾ, ਮੈਂ ਸਾਰਾ ਦੱਸਦਾ। 20 ਸਤੰਬਰ 2015 ਨੂੰ ਮਰਡਰ ਹੋ ਜਾਂਦਾ। ਉਸ ਤੋਂ ਬਾਅਦ ਅਸੀਂ ਉਸ ਦਿਨ ਹੀ ਰਾਤ ਨੂੰ, ਬਿਕੋਜ਼ ਮਾਤਾ ਜੀ ਨੂੰ ਦੱਸ ਕੇ ਗਿਆ ਸਿੱਪੀ ਕਿ ਹੀ ਹੈਜ਼ ਗੋਨ ਟੂ ਮੀਟ ਕਲਿਆਣੀ। ਉਸ ਤੋਂ ਬਾਅਦ ਅਸੀਂ ਜੇ ਅਗਲੇ ਦਿਨ ਹੀ ਅਰੈਸਟ ਕਰ ਲੈਂਦੇ ਚੰਡੀਗੜ੍ਹ ਪੁਲਿਸ, ਫਿਰ ਤਾਂ ਕੋਈ ਇੰਨਾ ਝਮੇਲਾ ਪੈਣਾ ਹੀ ਨਹੀਂ ਸੀਗਾ ਇੰਨਾ। ਉਸ ਤੋਂ ਬਾਅਦ ਦੇਖੋ, ਚੰਡੀਗੜ੍ਹ ਪੁਲਿਸ ਵਾਜ਼ ਆਲਸੋ ਹੈਂਡ ਇਨ ਗਲਵ। ਇਹਨਾਂ ਨੇ ਕੁਝ ਵੀ ਨਹੀਂ ਕੀਤਾ। ਸਾਨੂੰ IG ਸਾਹਿਬ ਖੁਦ ਆ ਕੇ ਗਏ ਹੈ, ਕਹਿੰਦੇ ਮੇਰੇ ਜੁਡੀਸ਼ਰੀ ਨੇ ਹੱਥ ਬੰਨ੍ਹ ਰੱਖੇ ਹੈ। ਓਬਵੀਅਸਲੀ ਜੀ, ਚੀਫ ਜਸਟਿਸ ਹੈ ਉਹਦੇ ਮਦਰ, ਤੇ ਸਾਰਿਆਂ ਨੂੰ ਡਰ ਹੁੰਦਾ ਪੁਲਿਸ ਵਾਲਿਆਂ ਨੂੰ। ਉਸ ਤੋਂ ਬਾਅਦ ਜੀ ਅਸੀਂ ਬੜੇ ਕੈਂਡਲ-ਲਾਈਟ ਮਾਰਚਸ ਕੀਤੇ। ਸਿੱਪੀ ਦੇ ਫਰੈਂਡ ਸੀਗੇ, UK ਸੀਗੇ, ਕੈਨੇਡਾ ਸੀਗੇ, ਆਸਟ੍ਰੇਲੀਆ ਸੀਗੇ। ਉਸ ਤੋਂ ਬਾਅਦ ਫਾਈਨਲੀ ਇਟ ਗੋਟ ਟ੍ਰਾਂਸਫਰ ਟੂ ਦ CBI ਨੇ ਵੀ 6 ਸਾਲ ਦੀ ਮਿਹਨਤ ਕਰਕੇ, ਸਾਰੀ ਇਨਵੈਸਟੀਗੇਸ਼ਨ ਕਰਕੇ, ਐਂਡ CBI ਤੁਹਾਨੂੰ ਪਤਾ ਹੈ ਕਿ ਇਨਵੈਸਟੀਗੇਸ਼ਨ ਕਿਵੇਂ ਕਰਦੀ ਹੈ, ਸਾਰਾ A to Z ਸਕ੍ਰੈਚ ਕਰਕੇ। ਐਂਡ ਸਿੱਪੀ ਵੀਰ ਦਾ ਫੋਨ ਪਹਿਲਾਂ ਤਾਂ ਹੋਮ ਮਿਨਿਸਟਰੀ ਤੋਂ ਇਹਨਾਂ ਨੇ ਪਰਮਿਸ਼ਨ ਲਈ, ਦੈਨ ਦੇ ਵੈਂਟ ਟੂ ਕੈਲੀਫੋਰਨੀਆ, FBI ਤੋਂ ਫੋਨ ਖੁਲਵਾਇਆ। ਉਸ 'ਚ ਫਿਰ ਸਾਰਾ ਕੁਛ ਹੀ ਆ ਗਿਆ। ਹੁਣ ਜਿਹੜਾ ਮੈਂ ਹੁਣ ਤੁਹਾਡੇ ਮੀਡੀਆ ਥਰੂ ਸਾਰਿਆਂ ਨੂੰ ਮੈਂ ਰਿਪੀਟ ਦੁਬਾਰਾ ਵੀ ਕਰਨਾ ਚਾਹੁੰਦਾ ਕਈ ਗੱਲਾਂ ਜਿਹੜੀਆਂ, what was the reason behind the murder? Reason behind the murder was that this girl Kalyani, this is everything is on record, charge sheet 'ਚ ਲਿਖਿਆ ਹੋਇਆ ਹੈ, this girl was having physical relations with her maternal uncle. Sippy showed those pictures to her dad. ਸਿੱਪੀ ਨੇ, ਜੇ ਕੋਈ ਸਿੱਪੀ ਦੇ ਮਨ 'ਚ ਹੁੰਦਾ, ਸਿੱਪੀ ਹੋਰ ਕਿਸੇ ਨੂੰ ਦਿਖਾਉਂਦਾ। ਸਿੱਪੀ ਨੇ ਉਹਦੇ ਸਾਵੇਂ ਪਿਓ ਨੂੰ ਦਿਖਾਈਆਂ ਫੋਟੋਆਂ ਕਿ ਅੰਕਲ, ਹਾਊ ਕੈਨ ਆਈ ਮੈਰੀ ਦਿਸ ਗਰਲ?
She is involved with other guys. So that was the point of instigation. And she was not involved with only her maternal uncle. She was involved with numerous other people. ਹੁਣ ਦੇਖੋ ਮੇਨ ਮੋਟਿਵ ਹੁੰਦਾ ਹੈ, ਮੋਟਿਵ ਐਂਡ ਜਿਹੜੀ ਹੁਣ ਆਹ 15 ਜੂਨ ਪਿਛਲੇ ਸਾਲ ਇਹਨਾਂ ਨੇ ਚਾਰਜ ਸ਼ੀਟ ਫਾਈਲ ਕੀਤੀ ਹੈ, ਤੁਸੀਂ ਮੰਨੋਗੇ ਨਹੀਂ, ਸ਼ੀ ਫਾਇਰਡ ਦ 2 ਗਨ ਸ਼ਾਟਸ, 2 ਗਨ ਸ਼ਾਟਸ ਉਹਦੇ ਕਿਸੇ ਹੋਰ ਬੰਦੇ ਨੇ ਮਾਰੇ ਹੈ, ਸਾਨੂੰ ਤਾਂ ਪਤਾ ਕਿਹਨੇ ਮਾਰੇ ਹੈ, ਬਟ ਮੈਂ ਉਹੀ ਗੱਲਾਂ ਕਰੂੰਗਾ ਜਿਹੜੀਆਂ ਔਨ ਰਿਕਾਰਡ ਹੈ। ਸ਼ੀ ਫਾਇਰਡ ਦ 2 ਗਨ ਸ਼ਾਟਸ। ਉਸ ਤੋਂ ਬਾਅਦ ਅੰਨਾ ਐਂਡ ਜਿਹੜੇ ਇਹਨੇ ਗਨ ਸ਼ਾਟਸ ਮਾਰੇ ਹੈ ਮੂੰਹ ਤੇ ਮਾਰੇ ਹੈ ਕਲਿਆਣੀ ਨੇ, ਜਿਹੜੀ ਗੱਲ ਹੈ। ਐਂਡ ਹੁਣ ਜਿਹੜੀ ਡਿਵੈਲਪਮੈਂਟ ਮੇਨ ਜਿਹੜੀ ਹੁਣ ਹੋਈ ਹੈ, ਹਾਈ ਕੋਰਟ ਨੇ ਜਦੋਂ ਇਹਨਾਂ ਨੇ ਚਲਾਨ ਪੇਸ਼ ਕੀਤਾ ਕਿ 120B 302 ਦਾ ਮਾਮਲਾ ਹੋਵੇ, ਮਰਡਰ ਕੇਸ ਦਾ ਮਾਮਲਾ ਹੋਵੇ, 90 ਦਿਨ ਤੋਂ ਪਹਿਲਾਂ ਜ਼ਮਾਨਤ ਕਿਹਨੂੰ ਦਿੰਦੇ ਹੈ? ਜੱਜ ਸਾਹਿਬ ਨੇ, ਜਸਟਿਸ ਸੁਰੇਸ਼ਵਰ ਠਾਕੁਰ ਹੈ। ਬਿਕੋਜ਼ ਮੈਂ ਬਾਈ ਨੇਮ ਲੈ ਕੇ ਗੱਲਾਂ ਕਰ ਰਿਹਾ, ਬਿਕੋਜ਼ ਵੀ ਗੇਵ ਦਾ ਐਡਮਿਨਿਸਟ੍ਰੇਟਿਵ ਕੰਪਲੇਂਟ ਟੂ ਦਾ ਆਨਰੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ, ਆਨਰੇਬਲ ਲਾਅ ਮਿਨਿਸਟਰ ਆਫ ਇੰਡੀਆ। ਅਸੀਂ ਅਮਿਤ ਸ਼ਾਹ ਜੀ ਨੂੰ ਮਿਲ ਕੇ ਆਏ ਐਂਡ ਚੰਦਰਚੂੜ ਜੀ ਜਿਹੜੇ CGI ਹੈ, ਉਹਨਾਂ ਨੂੰ ਅਸੀਂ ਐਡਮਿਨਿਸਟ੍ਰੇਟਿਵ ਕੰਪਲੇਂਟ ਦਿੱਤੀ ਆ ਜੱਜ ਸਾਹਿਬ ਦੇ ਖਿਲਾਫ ਜਿਨ੍ਹਾਂ ਨੇ ਜ਼ਮਾਨਤ ਦਿੱਤੀ ਸੀਗੀ। ਬਿਕੋਜ਼ ਦਿਸ ਹਾਈ ਕੋਰਟ ਜੱਜ, ਮੈਂ ਦੇਖੋ ਫੇਰ ਤੁਹਾਡੇ ਮੀਡੀਆ ਦੇ ਕਹੂੰਗਾ, ਬਿਕੋਜ਼ ਸਾਰੇ ਲੋਕ ਇੱਕ ਬਰਾਬਰ ਨਹੀਂ ਹੁੰਦੇ, ਸਾਡੀ ਵੀ ਜੁਡੀਸ਼ੀਅਲ ਫੈਮਿਲੀ ਹੈ, ਜੱਜਸ ਚੰਗੇ ਵੀ ਬਹੁਤ ਪਏ ਹੈ, ਬਟ ਹੀ ਵਾਸ ਦ ਜੂਨੀਅਰ ਟੂ ਜਸਟਿਸ ਸਬੀਨਾ। ਇਹਨਾਂ ਨੇ ਜ਼ਮਾਨਤ ਦੇ ਦਿੰਦੇ ਹੈ, ਬੇਲ ਦੇ ਦਿੰਦੇ ਹੈ, ਚਲੋ ਬੇਲ ਦੇਤੀ। ਹੁਣ CBI ਉਹ ਬੇਲ ਦੇ ਖਿਲਾਫ ਸੁਪਰੀਮ ਕੋਰਟ ਗਈ ਹੈ। ਹਾਂਜੀ, CBI ਦੇ ਬੇਲ ਦੇ ਖਿਲਾਫ ਜਿਹੜੀ ਸੁਪਰੀਮ ਕੋਰਟ ਮੂਵ ਹੋਈ ਹੈ, ਉਹਦੇ ਪਿੱਛੇ ਵੀ ਤੁਸੀਂ ਇੱਕ ਰੀਜ਼ਨ ਦੱਸਿਆ ਵੀ ਕਿਉਂ ਹੋਈ ਹੈ CBI? ਬਿਲਕੁਲ ਜੀ, ਬਿਲਕੁਲ। ਦੈਟ ਵਾਸ ਉਹੀ ਦੇਖੋ, ਜਨਰਲੀ CBI ਸਾਰੇ ਕੇਸਿਸ 'ਚ ਨਹੀਂ ਮੂਵ ਕਰਦੇ। CBI ਨੂੰ ਤਾਂ ਦੇਖੋ ਪਤਾ ਹੈ what was the reason. What they did was they are saying that me and my mother are influencing the CBI. ਹੁਣ it's a very ਦੇਖੋ, CBI is the premier investigating agency of India. How can we, because my grandfather was a high court judge 40 years back, ਅਸੀਂ we are layman, ਆ ਤਾਂ it's the joke of the century ਕਿ ਅਸੀਂ CBI ਨੂੰ ਇਨਫਲੂਐਂਸ ਕਰਾਂਗੇ। ਐਂਡ ਉਹਨਾਂ ਦੇ ਜਿਹੜੀਆਂ ਹੁਣ that's why CBI has moved the Supreme Court to set aside the order and for the cancellation of bail. ਹਾਂਜੀ ਹਾਂਜੀ ਹਾਂਜੀ। ਬਾਕੀ ਜੀ ਮੈਂ ਤੁਹਾਡੇ ਮੀਡੀਆ ਥਰੂ ਸਾਰਿਆਂ ਨੂੰ ਰਿਕੁਐਸਟ ਕਰੂੰਗਾ, ਬਿਕੋਜ਼ ਯੂ ਆਰ ਦ 4th ਪਿਲਰ ਆਫ ਦ ਡੈਮੋਕ੍ਰੇਸੀ, ਪਲੀਜ਼ ਤੁਸੀਂ ਸਾਡੇ ਨਾਲ ਖੜੋ। ਬਿਕੋਜ਼ ਦੇਖੋ ਇਹਨਾਂ ਨੇ, ਦੇਖੋ ਮੈਂ ਫੇਰ ਕਹਿ ਰਿਹਾ ਕਿ ਜੁਡੀਸ਼ੀਅਲ ਫੈਮਿਲੀ ਇਹਨਾਂ ਦੀ ਚੀਫ ਜਸਟਿਸ ਹੈ, ਆ ਸਾਰੇ ਲੂਪ ਹੋਲਸ ਕਰ ਰਹੀ ਹੈ। what they are doing is trial ਥੱਲੇ ਚੱਲ ਰਿਹਾ ਕੇਸ ਟ੍ਰਾਇਲ ਕੋਰਟ ਤੇ, they are moving one application after another. ਇਹਨਾਂ ਨੇ ਹੁਣ ਹਾਈ ਕੋਰਟ ਪਰਸੋਂ ਮੂਵ ਕੀਤੀ ਐਪਲੀਕੇਸ਼ਨ ਫॉर ਸੈਟਿੰਗ ਅਸਾਈਡ ਦ ਪ੍ਰੋਸੀਡਿੰਗਸ, ਕਿ ਕਹਿੰਦੇ ਕੋਈ ਡਾਕੂਮੈਂਟਸ ਨਹੀਂ ਮਿਲਿਆ। ਐਂਡ ਦੂਜਾ ਜਿਹੜੀ ਇਹਨੇ ਜੱਜ ਸਾਹਿਬ ਨੇ ਜਿਹੜੀ ਜ਼ਮਾਨਤ ਦਿੱਤੀ ਸੀ ਹਾਈ ਕੋਰਟ 'ਚ, ਉਸ 'ਚ ਇਹਨਾਂ ਨੇ ਇੱਕ ਤਾਂ ਆਹ ਲਿਖਿਆ, ਕਹਿੰਦੇ CBI ਨੂੰ ਅਸੀਂ ਇਨਫਲੂਐਂਸ ਕਰ ਰਹੇ ਹਾਂ। ਬਾਕੀ ਜਿਹੜੀਆਂ ਗੱਲਾਂ ਲਿਖੀਆਂ ਕਿ ਮਤਲਬ ਕਿ ਉਸ 'ਚ ਵੀ ਦੇਖੋ ਜਨਰਲੀ ਜਿਹੜੀ ਜੱਜਮੈਂਟ ਹੁੰਦੀ ਹੈ ਨਾ, ਦੈਟ ਇਜ਼ ਨਾਟ ਸੋ ਲੌਂਗ, that is a simple judgment ਕਿ ਭਾਈ ਬੇਲ ਦੇਤੀ, whether the bail has been granted or bail hasn't been granted. and ਇਹਨਾਂ ਨੇ ਲਿਖਿਆ ਕਿ ਅਸੀਂ ਇਨਫਲੂਐਂਸ ਕਰ ਰਹੇ ਹਾਂ ਟੂ, ਐਂਡ ਆਖ ਰਹੇ ਆ ਕਿ CBI ਨੇ ਪਲਾਨ ਕੀਤੇ ਹੈ ਵਿਟਨੈਸਸ, ਸੋ ਦੇ ਆਰ ਟਰਾਈਂਗ ਟੂ ਇਨਫਲੂਐਂਸ ਦ ਟ੍ਰਾਇਲ ਕੋਰਟ। ਹਾਂਜੀ, ਡਰਾ ਰਹੇ ਇੱਕ ਟਾਈਪ ਦੇ। ਹਾਂਜੀ ਕਿਹਨੂੰ ਡਰਾ ਰਹੇ? ਡਰਾ ਨਹੀਂ ਰਹੇ, ਉਹਦੇ ਆਰਡਰ ਤੋਂ ਤਾਂ ਡਰੀ ਜਾਂਦੇ ਆ ਉਹ ਵੀ। ਜੇ CBI ਨੂੰ ਝਿੜਕ ਸਕਦੇ ਆ ਵੀ ਸਾਨੂੰ ਵੀ ਕਹਿਣਗੇ, ਕਿਵੇਂ ਕੋਈ ਵਿਟਨੈਸ ਅੱਗੇ ਆਊਗਾ? ਸੋਚੋ ਤਾਂ ਸਹੀ। ਹੁਣ ਮਾਮਲੇ 'ਚ ਨੈਕਸਟ ਜਿਹੜੀ ਹੀਅਰਿੰਗ ਹੈ ਉਹ ਕਦੋਂ ਹੈ? ਬਾਕੀ ਸੁਪਰੀਮ ਕੋਰਟ ਤਾਂ ਜੀ 13 ਤਰੀਕ ਦੀ ਹੈ ਜੀ, ਐਂਡ ਬਾਕੀ 13 ਮਾਰਚ ਦੀ ਹੈ। ਟ੍ਰਾਇਲ ਕੋਰਟ 'ਚ 9 ਤਰੀਕ ਹੈ ਜੀ ਸਾਡੀ। ਹਾਂਜੀ, ਬਾਕੀ ਜੀ ਅਸੀਂ ਮੀਡੀਆ ਥਰੂ ਆਹ ਗੱਲ ਕਹਿਣੀ ਚਾਹੁੰਦੇ ਹਾਂ, I have lost my brother and till end ਅਸੀਂ ਫਾਈਟ ਕਰਾਂਗੇ। I am not threatening anyone, but ਜਿਹੜੇ ਵੀ ਬੰਦੇ ਇਨਵੋਲਡ ਹੈ, ਜਿਹੜੇ ਬੰਦੇ, ਹੁਣ ਸਾਨੂੰ ਤਾਂ ਪਤਾ ਹੀ ਹੈ ਕਿਹੜੇ ਬੰਦੇ ਇਨਵੋਲਡ ਹੈ। ਐਂਡ ਮੈਂ ਤੁਹਾਡੇ ਮੀਡੀਆ ਥਰੂ ਇੱਕ ਥੋੜ੍ਹੀ ਜਿਹੀ ਹੋਰ ਵੀ ਰਿਕੁਐਸਟ ਕਰੂੰਗਾ ਕਿ ਕਈ ਐਡਵੋਕੇਟਸ ਜਿਹੜੇ ਇਹਨਾਂ ਦੇ ਨਾਲ ਹੈਗੇ ਹੈ, ਉਹਨਾਂ ਨੂੰ ਵੀ ਪਲੀਜ਼ ਡੂ ਸਟੈਂਡ ਬਾਈ ਅਸ, ਬਿਕੋਜ਼ ਆਹ ਜਿਹੜੇ ਸਾਡੇ ਨਾਲ 30 ਸਾਲ ਦੇ ਰਿਲੇਸ਼ਨਸ ਨਹੀਂ ਸੀਗੇ, ਸਾਡੇ ਨਹੀਂ ਹੋ ਸਕੇ ਤਾਂ ਤੁਹਾਡੇ ਕੀ ਹੋਣਗੇ। ਐਂਡ ਦੂਜੀ ਗੱਲ, ਟਿਲ ਐਂਡ ਵੀ ਵਿਲ ਫਾਈਟ ਦ ਬੈਟਲ। ਐਂਡ ਅਸੀਂ ਆਹ ਬੰਦੇ ਛੱਡਣੇ ਨਹੀਂ, ਮੈਂ ਕੋਈ ਧਮਕੀ ਨਹੀਂ ਦੇ ਰਿਹਾ, ਪਰ ਆਹ ਬੰਦੇ ਜਿਹੜੇ ਵੀ ਬੰਦੇ ਹੈ, ਬਾਈ ਨੇਮ ਲੈ ਕੇ ਕਹਿ ਰਿਹਾ ਮੈਂ, ਜਸਟਿਸ ਸਬੀਨਾ, ਬਿਕੋਜ਼ ਸ਼ੀ ਇਜ਼ ਇਨਵੋਲਵਡ ਇਨ ਦਿਸ ਕਨਸਪੀਰੇਸੀ ਦਾ ਸਾਰੀ ਹੈ। ਐਂਡ ਇੱਕ ਜਿਹੜੀ ਹੋਰ ਮੈਂ ਇੰਪੋਰਟੈਂਟ ਗੱਲ ਕਰੂੰਗਾ, we have got everything. Justice Sabina, on the day of the murder, she wrote a message to her daughter, best of luck. This is the main thing. We have given the everything. I have everything on record. So ਆਹ ਬੰਦਿਆਂ ਨੂੰ ਅਸੀਂ ਛੱਡਣਾ ਨਹੀਂ, and I will see, legally we will fight the battle, and we will see to it that they will be behind the bars very soon. ਹਾਂਜੀ, ਬਾਕੀ ਇਹ ਵੀ ਕਹਿਣਾ ਵੀ ਸਾਨੂੰ ਉਦੋਂ ਪਹਿਲਾਂ ਜਿੱਪੀ ਨੂੰ ਵੀ ਖਤਰਾ ਇਹਨਾਂ ਤੋਂ, ਮੈਨੂੰ ਵੀ ਖਤਰਾ ਹੈ, ਕਿਸੇ ਟਾਈਮ ਵੀ ਸਾਨੂੰ ਖਤਮ ਕਰਾ ਸਕਦੇ ਆ।
ਕਿਉਂਕਿ ਅੱਗੇ ਅਸੀਂ ਗਲਤੀ ਵਿੱਚ ਰਹਿ ਗਏ। ਆਪਾਂ ਸੋਚ ਸਕਦੇ ਵੀ ਪੜ੍ਹਿਆ ਲਿਖਿਆ ਬੰਦਾ, ਚਲੋ ਅਨਪੜ੍ਹ ਬੰਦੇ ਆਪਾਂ ਕਹਿੰਦੇ ਫਾਈਟ ਹੁੰਦੀ ਆ, ਕਤਲ ਹੁੰਦੇ ਆ। ਅਸੀਂ ਹੁਣ ਸਾਨੂੰ ਬਿਲਕੁਲ ਯਕੀਨ ਉੱਠ ਗਿਆ। ਮੈਨੂੰ ਵੀ ਪਤਾ ਵੀ ਜੇ ਜ਼ਿੱਪੀ ਨੂੰ ਕੁਝ ਹੋ ਗਿਆ ਜਾਂ ਮੈਨੂੰ ਕੁਝ ਹੋ ਗਿਆ, ਸਿੱਧੀ ਸਬੀਨਾ ਜ਼ਿੰਮੇਵਾਰ ਆ, ਉਹਦੇ ਪਰਮਿੰਦਰ ਜ਼ਿੰਮੇਵਾਰ ਆ, ਤੇ ਉਹਨਾਂ ਦੀ ਫੈਮਿਲੀ। ਔਰ ਸਾਨੂੰ ਹੈ, ਮੈਨੂੰ ਬਿਲਕੁਲ ਖਤਰਾ। ਇਹਦੇ ਲਈ ਤੁਸੀਂ ਕੋਰਟ ਤੋਂ ਕੋਈ ਸਿਕਿਉਰਿਟੀ ਮੰਗ ਰਹੇ ਹੋ? ਸਿਕਿਉਰਿਟੀ ਕੀ ਕਰੂਗੀ ਤੁਸੀਂ ਵੀ ਦੱਸੋ? ਅਸੀਂ 24 ਘੰਟੇ ਨਹੀਂ, ਕਿਸੇ ਟਾਈਮ ਕੋਈ ਘਰੇ ਆ ਸਕਦਾ, ਇਹ ਜਾਂਦਾ, ਕੋਈ ਐਕਸੀਡੈਂਟ ਕਰਾ ਸਕਦੇ ਆ। ਦੇ ਕੈਨ ਡੂ ਐਨੀਥਿੰਗ। ਹੁਣ ਤਾਂ ਮੇਰਾ ਯਕੀਨ ਬਿਲਕੁਲ ਇਹਨਾਂ ਤੋਂ ਉੱਠ ਗਿਆ। ਮੈਨੂੰ ਲੱਗਦਾ, ਮੈਂ ਤਾਂ ਸੋਚਦੀ ਹਾਂ ਵੀ ਮੈਂ ਲਿਖ ਕੇ ਰੱਖ ਜਾਂ ਡਾਇੰਗ, ਜਿਹਨੂੰ ਕਹਿੰਦੇ ਡੈਕਲੇਮੇਸ਼ਨ ਦੇ ਦਈਏ ਵੀ ਸਾਨੂੰ ਦੋਵਾਂ ਨੂੰ ਕੁਝ ਹੁੰਦਾ ਤਾਂ ਇਹਨਾਂ ਦੀ ਫੈਮਿਲੀ ਜ਼ਿੰਮੇਵਾਰ ਹੈ, ਔਰ ਹੈ ਵੀ। ਤੇ ਹੁਣ ਮੀਡੀਆ ਔਨ ਰਿਕਾਰਡ ਹੀ ਆ ਗਈ ਹੈ ਨਾ ਗੱਲਾਂ। ਪਰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਹੀ ਹਾਂ ਬੇਟੇ, ਜਦੋਂ ਵੀ ਸਾਨੂੰ ਕਿਸੇ ਨੂੰ ਵੀ ਕੁਝ ਹੁੰਦਾ ਤਾਂ ਇਹਨਾਂ ਦੀ ਫੈਮਿਲੀ ਜ਼ਿੰਮੇਵਾਰ ਆ। ਇਹਨਾਂ ਨੇ ਸਾਨੂੰ, ਮੈਂ ਆਪਣੇ ਮਰਨ ਤੋਂ ਪਹਿਲਾਂ ਸੋਚਦੀ ਹਾਂ ਮੈਂ ਨਿਆਂ ਲੈ ਕੇ ਹੀ ਜਾਣਾ, ਚਾਹੇ ਜਦੋਂ ਵੀ ਸਬੀਨਾ ਰਿਟਾਇਰ ਹੋ ਕੇ ਆ ਜੂਗੀ, ਜਿੱਥੇ ਕਿਤੇ ਇਹਦਾ ਘਰ ਆ, ਮੈਂ ਤਾਂ ਇਹਦੇ ਘਰ ਅੱਗੇ ਬੈਠੀ ਰਹੂੰਗੀ ਜਦੋਂ ਤੱਕ ਕਿ ਇਹਦੀ ਧੀ ਨੂੰ ਸਜ਼ਾ ਨਹੀਂ ਮਿਲਦੀ। ਤੁਸੀਂ ਜਿਵੇਂ ਆਂਟੀ ਨੇ ਕਿਹਾ, ਤੁਸੀਂ ਕਰ ਰਹੇ ਹੋ ਆਪਣਾ ਕੋਰਟਸ ਨੂੰ ਇਹ ਚੀਜ਼ ਦੱਸ ਰਹੇ ਹੋ ਕਿਸੇ ਤਰ੍ਹਾਂ ਦਾ ਥ੍ਰੈਟ ਹੈ ਤੁਹਾਡੀ ਲਾਈਫ ਨੂੰ? ਬਿਲਕੁਲ ਜੀ, ਬਿਲਕੁਲ। ਅਸੀਂ ਪਹਿਲਾਂ ਐਪਲੀਕੇਸ਼ਨਸ ਜਦੋਂ ਪਹਿਲਾਂ ਵੀ ਗੋਟ ਦ ਸਿਕਿਉਰਿਟੀ ਆਲਸੋ ਪਹਿਲਾਂ, ਬਟ ਜਿਵੇਂ ਮਾਤਾ ਜੀ ਕਹਿ ਰਹੇ ਆ ਕਿ ਵਾਟ ਵਿਲ ਅਸੀਂ ਉਹ ਕੀ ਚੀਜ਼ ਕਰੂਗੀ, ਬਿਕੋਜ਼ ਆਬਵੀਅਸਲੀ ਜੀ ਦੇਖੋ ਵੀ ਆਰ ਪਰਸਿਊਇੰਗ ਦ ਕੇਸ ਐਂਡ ਸਾਰਾ ਕੁਝ ਪਤਾ ਹੀ ਹੈ ਕਿ ਕੌਣ ਇਨਵੋਲਵਡ ਹੈ। ਤਾਂ ਹੁਣ ਔਨ ਰਿਕਾਰਡ ਆ ਗਿਆ। ਪਹਿਲਾਂ ਇਹ ਕਰ ਰਹੇ ਸੀਗੇ ਵੀ ਅਸੀਂ ਤਾਂ ਹੈ ਹੀ ਨਹੀਂ, ਫਿਰ ਇਹਨਾਂ ਨੇ ਸੋਚਿਆ ਵੀ ਸਾਨੂੰ ਕਿੱਥੇ ਪੁਲਿਸ ਹੱਥ ਪਾਊਗੀ, CBI ਕਿੱਥੇ ਹੱਥ ਪਾਊਗੀ। ਜਦੋਂ ਹੁਣ ਪੈ ਗਿਆ ਫਿਰ ਇਹ ਜੁਡੀਸ਼ਰੀ ਮਗਰ ਪੈ ਗਏ ਵੀ ਹੁਣ ਅਸੀਂ ਉਹਨਾਂ ਨੂੰ ਰੋਕੀਏ, ਵੀ ਸਟੇ ਲੈ ਲਈਏ, ਉਹ ਕਰ ਲਈਏ। ਜਦ ਉੱਥੋਂ ਵੀ ਹੋ ਗਿਆ ਸਾਡੇ ਹੱਕ 'ਚ, ਜੇ ਹੋ ਗਿਆ ਤਾਂ ਫਿਰ ਇਹਨਾਂ ਕੋਲੇ ਲਾਸਟ ਆਪਸ਼ਨ ਹੈ ਵੀ ਸਾਨੂੰ ਦੋਵਾਂ ਨੂੰ ਖਤਮ ਕਰਾਉਣਾ। ਠੀਕ ਹੈ, ਤੁਸੀਂ ਕੁਝ ਕਹਿਣਾ ਚਾਹੋਗੇ ਲਾਸਟਲੀ? ਬਸ ਜੀ, ਅਸੀਂ ਤੁਹਾਡੇ ਮੀਡੀਆ ਨੂੰ ਰਿਕੁਐਸਟ ਕਰਾਂਗੇ ਜੀ, ਐਂਡ ਜਿੰਨੀ ਵੀ ਲੀਗਲ ਫਰਟਰਨਿਟੀ ਹੈ, ਦੇਖੋ ਲੋਕ ਚੰਗੇ ਵੀ ਬਹੁਤ ਪਏ ਹੈ, ਐਂਡ ਬੀਇੰਗ ਦ ਫੋਰਥ ਪਿਲਰ ਆਫ ਦ ਡੈਮੋਕ੍ਰੇਸੀ, ਤੁਸੀਂ ਪਲੀਜ਼ ਸਾਡੇ ਨਾਲ ਡੂ ਸਟੈਂਡ ਬਾਈ ਅਸ। ਐਂਡ ਜਿੰਨੇ ਵੀ ਐਡਵੋਕੇਟਸ ਐਂਡ ਜਿੰਨੇ ਵੀ ਜਨਰਲ ਪਬਲਿਕ ਹੈ, ਸੋ ਮੈਂ ਤਾਂ ਕਈ ਵਾਰੀ ਮੈਨੂੰ ਐਂ ਲੱਗਦਾ ਕਿ ਸਾਡੀ ਦੇਖੋ ਬੀਇੰਗ ਸਾਡੀ ਜਿਵੇਂ ਜੁਡੀਸ਼ੀਅਲ ਫੈਮਿਲੀ ਹੋਣ ਦੇ ਬਾਵਜੂਦ ਸਾਨੂੰ 8 ਸਾਲ ਮਿਹਨਤ ਕਰਨੀ ਪਈ। ਆਮ ਬੰਦੇ ਦਾ ਤਾਂ ਬੁਰਾ ਹਾਲ ਹੈ ਜੀ ਇੱਥੇ। ਚਲੋ ਅਸੀਂ ਫੇਰ ਵੀ ਜੀ, ਮੈਂ ਤਾਂ ਫੇਰ ਵੀ ਰੱਬ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ CBI ਨੇ ਬਹੁਤ ਹੀ ਚੰਗਾ ਕੰਮ ਕੀਤਾ ਹੈ ਕਿ ਉਹਨਾਂ ਨੇ ਐਟਲੀਸਟ ਹੱਥ ਤਾਂ ਪਾਇਆ ਚੀਫ ਜਸਟਿਸ ਦੀ ਕੁੜੀ ਨੂੰ, ਐਂਡ ਆਹ ਭੁਲੇਖੇ 'ਚ ਨਾ ਰਹਿਣ ਆਹ, ਐਂਡ ਵੀ ਵਿਲ ਸੀ ਟੂ ਇਟ ਕਿ ਵੀ ਵਿਲ ਗੈਟ ਜਸਟਿਸ। ਐਂਡ ਜਿਹੜੇ ਵੀ ਬੰਦੇ ਇਹਨਾਂ ਨਾਲ ਇਹਨਾਂ ਦੀ ਹੈਲਪ ਕਰਨਗੇ, ਐਂਡ ਅਸੀਂ ਕਿਸੇ ਬੰਦੇ ਨੂੰ ਨਹੀਂ ਛੱਡਣਾ। ਲੀਗਲੀ ਵੀ ਵਿਲ ਫਾਈਟ ਦ ਬੈਟਲ ਐਂਡ ਦੇ ਵਿਲ ਬੀ ਬਿਹਾਈਂਡ ਦ ਬਾਰਸ ਵੈਰੀ ਸੂਨ। ਹਾਂਜੀ। ਸੋ ਫਿਲਹਾਲ ਇਹ ਤੁਸੀਂ ਗੱਲਾਂ ਬਾਤਾਂ ਸੁਣੀਆਂ ਸਿੱਪੀ ਸਿੱਧੂ ਮਰਡਰ ਕੇਸ ਦੇ ਵਿੱਚ ਸਿੱਪੀ ਸਿੱਧੂ ਦੀ ਪਰਿਵਾਰ ਦੀਆਂ, ਉਹਨਾਂ ਦੇ ਬ੍ਰਦਰ JP ਸਿੱਧੂ ਔਰ ਉਹਨਾਂ ਦੇ ਮਾਤਾ ਜੀ ਦੀਆਂ, ਔਰ ਖਾਸ ਤੌਰ ਤੇ ਮੀਡੀਆ ਦੇ ਵਿੱਚ ਹੁਣ ਇਹੀ ਕਹਿ ਰਹੇ ਹੈ ਵੀ ਜੋ ਵੀ ਇਨਫਲੂਐਂਸ਼ੀਅਲ ਜੋ ਦੂਸਰੀ ਪਾਰਟੀ ਹੈ ਉਹਨਾਂ ਨੂੰ ਹੀ ਉਹਨਾਂ ਨੇ ਇਸ ਚੀਜ਼ ਦਾ ਜ਼ਿੰਮੇਵਾਰ ਠਹਿਰਾਇਆ ਹੈ ਵੀ ਜੇਕਰ ਸਾਨੂੰ ਕੁਝ ਹੁੰਦਾ ਤੇ ਉਹੀ ਜ਼ਿੰਮੇਵਾਰ ਹੋਣਗੇ। ਫਿਲਹਾਲ ਉਹ ਮੀਡੀਆ ਦੇ ਵਿੱਚ ਆਏ ਹੈ ਸਾਰੀਆਂ ਗੱਲਾਂ ਬਾਤਾਂ ਲੈ ਕੇ। ਮਾਮਲੇ ਦੇ ਵਿੱਚ ਤਕਰੀਬਨ 7 ਸਾਲ ਦਾ ਸਮਾਂ ਬੀਤ ਚੁੱਕਾ ਹੈ। ਹੁਣ ਤੱਕ CBI ਇਸ ਮਾਮਲੇ ਦੇ ਵਿੱਚ ਕਾਫੀ ਐਕਟੀਵਿਟੀਜ਼ ਕਰ ਚੁੱਕੀ ਹੈ, ਔਰ ਹੁਣ ਰੀਸੈਂਟਲੀ ਡਿਵੈਲਪਮੈਂਟ ਜਿਹੜੀ ਹੋਈ ਹੈ ਕਿ ਉਹ ਸੁਪਰੀਮ ਕੋਰਟ ਮੂਵ ਹੋਈ ਹੈ, ਕਿਉਂਕਿ ਦੂਸਰੀ ਪਾਰਟੀ ਵੱਲੋਂ ਕਿਹਾ ਗਿਆ ਹੈ ਕਿ CBI ਨੂੰ ਇਸ ਪਾਰਟੀ ਵੱਲੋਂ ਜੋ ਹੈ ਇਨਫਲੂਐਂਸ ਕੀਤਾ ਜਾ ਰਿਹਾ ਹੈ ਤੇ ਉਸਦੇ ਅਗੇਂਸਟ ਹੀ ਜਿਹੜੀ CBI ਉਹ ਮੂਵ ਹੋਈ ਹੈ। ਔਰ ਜੋ ਮਾਮਲੇ ਦੇ ਵਿੱਚ ਕਲਿਆਣੀ, ਜੋ ਕਿ ਜਿਸਨੂੰ ਜ਼ਿੰਮੇਦਾਰ ਠਹਿਰਾਇਆ ਜਾ ਰਿਹਾ ਇਸ ਮਰਡਰ ਕੇਸ ਦੇ ਪਿੱਛੇ, ਉਸ ਦੀ ਬੇਲ ਨੂੰ ਰੱਦ ਕਰਵਾਉਣ ਨੂੰ ਲੈ ਕੇ CBI ਮੂਵ ਹੋਈ ਹੈ। ਤੇ ਪਰਿਵਾਰ ਜਿਹੜਾ ਹੈ ਇਸ ਹੁਣ ਮੀਡੀਆ ਦੇ ਵਿੱਚ ਇਹ ਵੀ ਦੱਸ ਰਿਹਾ ਹੈ ਵੀ ਸਾਡੀ ਜਾਨ ਨੂੰ ਵੀ ਖਤਰਾ ਹੈ, ਜੇਕਰ ਇਸ ਮਾਮਲੇ ਦੇ ਵਿੱਚ ਇਨਸਾਫ ਨਹੀਂ ਹੁੰਦਾ ਤੇ ਹੋ ਸਕਦਾ ਹੈ ਵੀ ਇਹਨਾਂ ਦੀ ਜਾਨ ਨੂੰ ਖਤਰਾ ਹੋਵੇ। ਫਿਲਹਾਲ ਮਾਮਲੇ ਦੇ ਵਿੱਚ ਜਿਹੜੀ ਕੋਰਟ ਦੀ ਪ੍ਰੋਸੀਡਿੰਗਸ ਹੈ ਉਹ ਲਗਾਤਾਰ ਜਾਰੀ ਹੈ ਤੇ ਅਗਲੀ ਜਿਹੜੀ ਸੁਣਵਾਈ ਹੈ ਮਾਮਲੇ ਦੀ ਉਹ 13 ਮਾਰਚ ਨੂੰ ਹੋਏਗੀ। ਕੈਮਰਾਮੈਨ ਵਿਵੇਕ ਆਨੰਦ ਤ੍ਰਿਪਾਠੀ ਦੇ ਨਾਲ ਸ਼ਿਖਾ ਦੁਰੀਆ ਵਿਜ, ਔਨ 에ਅਰ, ਮੋਹਾਲੀ।